ਗੁਰੂਆਂ ਦੇ ਗੁਰੂ ਸਭਨਾਂ ਦੇ ਸਾਂਝੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਜੁੜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬੜ ਭਾਗ ਸਮਾ ਗੁਰੂ ਜੀ ਨੇ ਸਾਨੂੰ ਬਖਸ਼ਿਆ ਜੋ ਅੰਮ੍ਰਿਤ ਵੇਲੇ ਆਪਾਂ ਸਾਰੇ ਹੀ ਗੁਰੂ ਜੀ ਦੀ ਗੋਦ ਵਿੱਚ ਜੁੜੇ ਆ। ਚਾਹੀਦਾ ਕਹਿ ਲਓ ਗੁਰੂ ਜੀ ਦੀ ਗੋਦ ਵਿੱਚ ਜੁੜਨ ਦਾ ਯਤਨ ਕੀਤਾ, ਕਿਉਂਕਿ ਮਹਾਂਪੁਰਖਾਂ ਦਾ ਕਹਿਣਾ ਹੈ ਜਦੋਂ ਜੁੜ ਗਏ, ਜਿਹੜਾ ਸਤਿਗੁਰੂ ਦੇ ਪਾਤਸ਼ਾਹ ਜੀ ਦੇ ਅਨੁਸਾਰ ਆ ਕਿ ਜਦੋਂ ਜੁੜ ਗਏ ਫਿਰ ਟੁੱਟਾਂਗੇ ਨਹੀਂ। ਇਹ ਸਾਰੇ ਜੁੜਨ ਦੇ ਯਤਨ ਆ ਕਿ ਜਦੋਂ ਆਪਾਂ ਆ ਰਹੇ ਆ, ਸੰਗਤ ਕਰ ਰਹੇ ਆ, ਇਹ ਜੁੜਨ ਦਾ ਯਤਨ ਹੈ। ਜਿਵੇਂ ਆਪਾਂ ਕਹਿ ਦਿੰਦੇ ਆ ਸਤ ਸੰਗਤ ਕੀਤੀ, ਪਰ ਅਸਲ ਦੇ ਵਿੱਚ ਸਤ ਸੰਗਤ ਉਦੋਂ ਹੋਵੇਗੀ ਜਦੋਂ ਸੱਚ ਸੰਪੂਰਨ ਤੌਰ ਤੇ ਹਿਰਦੇ ਵਿੱਚ ਵਸ ਗਿਆ ਤੇ ਸਮਝ ਲਓ ਸਤ ਸੰਗਤ ਹੋ ਗਈ। ਅਜੇ ਆਪਾਂ ਯਤਨ ਕਰ ਰਹੇ ਹਾਂ ਸਤ ਸੰਗਤ ਕਰਨ ਦਾ, ਸੱਚ ਦੀ ਸੰਗਤ ਕਰਨ ਦਾ ਯਤਨ ਕਰ ਰਹੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਦੇ ਚਰਨਾਂ ਦੇ ਵਿੱਚ ਸਤਿਗੁਰੂ ਕਹਿੰਦੇ ਹਮੇਸ਼ਾ ਹੀ ਸੱਚ ਵਰਤਦਾ ਹੈ। ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਤੇ ਜਿੱਥੇ ਗੁਰੂ ਦੇ ਸੰਗਤ ਵਿੱਚ ਸੱਚ ਵਰਤਦਾ ਤੇ ਕਹਿੰਦੇ ਜਿਹਨਾਂ ਦੇ ਅੰਦਰ ਕੂੜ ਵਰਤਦਾ, ਝੂਠ ਵਰਤਦਾ, ਝੂਠ ਦਾ ਵਰਤਾਰਾ ਵਾਪਰਦਾ, ਮਰ ਕਹਿੰਦੇ ਉੱਥੇ ਉਹਨਾਂ ਦਾ ਚਿੱਤ ਜਿਹੜਾ ਹੈ ਉਦਾਸ ਹੋ ਜਾਂਦਾ। ਜਿੱਥੇ ਸੱਚ ਵਰਤੀਂਦਾ ਹੋਵੇ ਉਹਨਾਂ ਦਾ ਚਿੱਤ ਉੱਥੇ ਉਦਾਸੀ ਛਾ ਜਾਂਦੀ ਹੈ ਮਨ ਦੇ ਵਿੱਚ ਉਹਨਾਂ ਦੇ। ਸੋ ਗਰੀਬ ਨਵਾਜ ਦਾਤਾ ਜੀ ਮਿਹਰ ਕਰਨ। ਆਓ ਇਤਿਹਾਸ ਦੇ ਵਿਚਾਰ ਰੋਜ਼ਾਨਾ ਆਪਾਂ ਯਤਨ ਕਰਦੇ ਹਾਂ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਕੋਈ ਨਾ ਕੋਈ ਇਤਿਹਾਸ ਦੇ ਵਿਚਾਰ ਆਪਾਂ ਸਾਂਝੀ ਕਰੀਏ, ਜਿਹਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਸਮਝਣ ਵਾਸਤੇ, ਸਿੱਖਣ ਵਾਸਤੇ ਮਿਲ ਜਾਂਦਾ। ਤੇ ਗੁਰੂ ਸਾਹਿਬ ਨੇ ਤੇ ਸਾਡਾ ਨਾਮ ਹੀ ਸਿੱਖ ਰੱਖਿਆ ਏ ਕਿ ਜਦੋਂ ਵੀ ਤੈਨੂੰ ਕੋਈ ਆਖੇ ਉਹ ਗੁਰੂ ਕਾ ਸਿੱਖ ਜਾਂਦਾ ਤੇ ਸਮਝ ਲਵੀਂ, ਆਪਣੇ ਮਨ ਨੂੰ ਸਮਝਾ ਲਵੀਂ ਕਿ ਸਿੱਖ ਆ, ਤੂੰ ਸਿੱਖਦਾ ਰਹਿਣਾ ਹਮੇਸ਼ਾ। ਕਦੇ ਨਾ ਆਖੀ ਕਿ ਮੈਂ ਪੂਰਨ ਆ, ਹਮੇਸ਼ਾ ਇਹ ਤੂੰ ਕੁਝ ਨਾ ਕੁਝ ਸਿੱਖਦਾ ਰਵੀਂ। ਭਾਵੇਂ ਬਾਣੀ ਵਿੱਚੋਂ ਹੋਵੇ, ਭਾਵੇਂ ਸਾਡੇ ਪਿਆਰੇ ਘਰ ਦੇ ਵਿੱਚ ਕੋਈ ਕੰਮ ਕਾਜ ਆ, ਸੰਸਾਰ ਦੇ ਵਿੱਚ ਵਿਚਰਦਿਆਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸੇਵਾ ਹੈ, ਸਿਮਰਨ ਹੈ, ਆਪਾਂ ਇਹਨੂੰ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਹੈ। ਕੁਝ ਨਾ ਕੁਝ ਚੱਜ ਆਚਾਰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਲਿਆਉਂਦੇ ਰਹਿਣ। ਨਹੀਂ ਤਾਂ ਕਈ ਵਾਰੀ ਹੁੰਦਾ ਇੱਦਾਂ ਪਿਆਰਿਓ, ਮਨ ਦੇ ਵਿੱਚ ਇਹ ਵਿਚਾਰ ਆ ਜਾਂਦੇ ਹੈ ਕਿ ਮੈਂ ਬੜਾ ਕੁਝ ਸਿੱਖ ਲਿਆ, ਮੈਂ ਬੜਾ ਕੁਝ ਜਾਣਦਾ। ਪਰ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਸੋਏ ਅਜਾਣ। ਉਹ ਅਜਾਣ ਆ ਕੌਣ? ਸਤਿਗੁਰੂ ਅਜਾਣ ਹੈ, ਦੱਸੋ ਤਾਂ ਸਹੀ। ਮਰ ਕਹਿੰਦੇ ਸੋਏ ਅਜਾਣ ਕਹਿ ਮੈਂ ਜਾਣਾ। ਜਿਹੜਾ ਕਹਿੰਦਾ ਮੈਂ ਜਾਣ ਲਿਆ ਉਹ ਅਜਾਣ ਹੈ ਅਸਲ ਦੇ ਵਿੱਚ, ਕਿਉਂਕਿ ਜਿਹਨੇ ਜਾਣ ਲਿਆ ਨਾ, ਗੁਰੂ ਸਾਹਿਬ ਕਹਿੰਦੇ ਜਿਹਨੇ ਜਾਣ ਲਿਆ ਉਹ ਤੇ ਫਿਰ ਕੁਝ ਕਹਿੰਦਾ ਹੀ ਨਹੀਂ। ਉਹ ਤੇ ਇਹ ਕਹਿੰਦਾ ਕਿ ਮੈਂ ਕੁਝ ਨਹੀਂ ਜਾਣ ਸਕਿਆ। ਵਿਦਵਾਨਾਂ ਨੇ ਪਿਆਰਿਓ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਇਸ ਪਾਸੇ ਲਾ ਦਿੱਤੀ ਹੋਵੇ, ਤੇ ਪਿਆਰਿਓ ਇਹੀ ਗੱਲ ਕਹਿੰਦੇ ਆ ਕਿ ਅੱਜ ਗੁਰਬਾਣੀ ਨੂੰ ਪੜ੍ਹਿਆ ਸੀ, 10 ਸਾਲ ਬਾਅਦਾਂ ਪੜ੍ਹਿਆ, 50 ਸਾਲ ਬਾਅਦਾਂ ਪੜ੍ਹਿਆ, ਹਮੇਸ਼ਾ ਹੀ ਇਹਦੇ ਅਰਥ ਨਵੀਨ ਹੁੰਦੇ ਗਏ। ਨਵੇਂ ਅਰਥ ਬੋਧ ਇਸ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਨਵਾਂ ਤਾਜ਼ਗੀ ਸਿੱਖਣ ਨੂੰ ਮਿਲਦੀ ਰਹੀ। ਹੁਣ ਉਹ ਵੀ ਕਹਿ ਸਕਦੇ ਸਨ ਕਿ ਅਸੀਂ ਤੇ ਗਿਆਨ ਜਿਹੜਾ ਉਹਦਾ ਅੰਤ ਪਾ ਲਿਆ, ਅਸੀਂ ਤੇ ਅੰਤ ਪਾ ਲਿਆ, ਸਾਨੂੰ ਤੇ ਪਤਾ ਲੱਗ ਗਿਆ। ਪਰ ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਸਾਰੀ ਦੁਨੀਆ ਦੀਆਂ ਕਿਤਾਬਾਂ ਪੜ੍ਹ ਲਈਏ ਤਾਂ ਵੀ ਗਿਆਨ ਦਾ ਕੋਈ ਅੰਤ ਨਹੀਂ ਪਿਆਰਿਓ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਇੱਥੇ ਤੇ ਸਾਡੇ ਸਤਿਗੁਰੂ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਇਹ ਤੋਂ ਵੀ ਪਰੇ ਜੋ ਅਸੀਂ ਦੱਸ ਦਿੱਤਾ। ਮਹਾਰਾਜ ਨੇ ਕਿਹਾ ਕਿ ਕਹਿਣ ਦੇ ਵਿੱਚ ਆਉਂਦਾ ਨਹੀਂ, ਉਹ ਕਹਿਣ ਦੇ ਵਿੱਚ, ਜੇ ਆਪਾਂ ਕਹੀਏ ਕਿ ਆਖ ਲਈਏ, ਕਹਿਣ ਦੀ ਗੱਲ ਤੇ ਹੋ ਰਿਹਾ। ਮਹਾਰਾਜ ਕਹਿੰਦੇ ਸੁਰਤ ਵਿੱਚ ਵੀ ਪੂਰਨ ਨਹੀਂ ਆ ਸਕਦਾ ਉਹ। ਸਾਡੀ ਸੁਰਤ ਜਿਹੜੀ ਹੈ ਤੁਛ ਆ, ਬੁੱਧੀ ਛੋਟੀ ਹੈ।
ਇਸ ਕਰਕੇ ਕਹੇ ਦੇ ਵਿੱਚ ਵੀ ਪਰਮਾਤਮਾ ਜਿਹੜਾ ਆਉਂਦਾ ਨਹੀਂ ਪਿਆਰਿਓ, ਬੇਅੰਤ ਹੈ। ਕਹੋ ਨਾਨਕ ਬੇਅੰਤ, ਬੇਅੰਤ ਧਿਆਇਆ, ਉਹਦਾ ਕੋਈ ਪਾਰਾਵਾਰ ਨਹੀਂ ਹੈਗਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਆਪਾਂ ਯਤਨ ਕਰਦੇ ਹਾਂ ਪਿਆਰਿਓ ਕਿ ਰੋਜ਼ਾਨਾ ਕੁਝ ਨਾ ਕੁਝ ਵਿਚਾਰ ਕਰੀਏ, ਸਿੱਖੀਏ। ਸਾਡਾ ਨਾਮ ਗੁਰੂ ਸਾਹਿਬ ਨੇ ਸਿੱਖ ਪਾਇਆ ਤੇ ਕਦੇ ਨਾ ਆਖੀਏ ਅੰਤ ਪਾ ਲਿਆ। ਅੰਤ ਕੋ ਚਾਹਣ ਜੋ ਗਏ ਆਏ, ਅੰਤ ਗਵਾਏ। ਮਹਾਰਾਜ ਕਹਿੰਦੇ ਜਿਹੜਾ ਅੰਤ ਨੂੰ ਪਾਉਣ ਵਾਲੇ ਪਾਸੇ ਤੁਰ ਪੈਂਦਾ ਨਾ ਕਿ ਮੈਂ ਤੇਰਾ ਅੰਤ ਪਾ ਲੈਣਾ। ਸਤਿਗੁਰੂ ਕਹਿੰਦੇ ਜਦੋਂ ਆਪਾਂ ਉਹਨੂੰ ਬਹੁਤਾ ਕਹਿ ਦਿੰਦੇ ਹਾਂ ਤੇ ਹੋਰ ਬਹੁਤਾ ਹੋ ਜਾਂਦਾ। ਉਹ ਪਰਮਾਤਮਾ ਐਸਾ ਹੈ, ਉਹਦੀ ਮਹਿਮਾ ਐਸੀ ਹੈ ਕਿ ਜਦੋਂ ਜਿੰਨਾ ਬਹੁਤਾ ਕਹੀ ਜਾਵਾਂਗੇ ਉਹ ਓਨਾ ਵੱਡਾ ਦਿਸਦਾ ਜਾਣਾ। ਇਸ ਕਰਕੇ ਗੁਰੂ ਸਾਹਿਬ ਨੇ ਤੇ ਗੱਲ ਹੀ ਮੁਕਾ ਦਿੱਤੀ। ਮਹਾਰਾਜ ਕਹਿੰਦੇ ਸੁਣ ਵੱਡਾ ਆਖਿਆ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਉਸ ਵੱਡੇ ਨੂੰ ਕਿਸੇ ਨੇ ਵੇਖਿਆ ਨਹੀਂ ਕਿ ਕਿੰਨਾ ਵੱਡਾ ਏ, ਪਰ ਜਦੋਂ ਇਸ ਰਾਹ ਤੇ ਤੁਰਦਾ ਉਹਨੂੰ ਨਜ਼ਰ ਹੀ ਪਈ ਜਾਂਦਾ ਵੱਡਾ, ਹੋਰ ਵੱਡਾ ਤੇ ਹੋਰ ਵੱਡਾ। ਪਰ ਜਦੋਂ ਸਾਡੀ ਬੁੱਧੀ ਦੀ ਮਤ ਦੀ ਗੱਲ ਕਰਦੇ ਆ ਨਾ ਪਿਆਰਿਓ, ਤੇ ਵਿਦਵਾਨ ਕਹਿੰਦੇ ਨੇ ਬੰਦਿਆ ਤੇਰੀ ਮਤ ਇਦਾਂ ਦੀ ਹੈ ਜਿਵੇਂ ਖੂਹ ਦਾ ਡੱਡੂ ਹੁੰਦਾ। ਖੂਹ ਦਾ ਡੱਡੂ ਜਿਹੜਾ ਉਹਦੇ ਕੋਲ ਇੱਕ ਹੰਸ ਜਾ ਕੇ ਬਹਿ ਜਾਂਦਾ ਤੇ ਉਹ ਕਹਿੰਦਾ ਤੂੰ ਖੂਹ ਦੇ ਵਿੱਚ ਰਹਿੰਦਾ, ਬਾਹਰ ਵੀ ਨਿਕਲ ਕੇ ਵੇਖ ਲੈ, ਮਾਨ ਸਰੋਵਰ ਵੇਖ ਕਿੰਨਾ ਕੁ ਵੱਡਾ ਹੈ। ਉਹ ਡੱਡੂ ਕਹਿੰਦਾ ਕਿੰਨਾ ਕੁ ਵੱਡਾ ਹੋਵੇਗਾ, ਕਿਉਂਕਿ ਉਹਦੀ ਸਾਰੀ ਜ਼ਿੰਦਗੀ ਖੂਹ ਵਿੱਚ ਬੀਤੀ ਹੁੰਦੀ ਹੈ। ਤੇ ਉਹ ਇੱਕ ਛਲਾਂਗ ਮਾਰ ਦਿੰਦਾ ਤੇ ਕਹਿੰਦਾ ਇੰਨਾ ਕੁ ਵੱਡਾ ਹੋਵੇਗਾ ਤੇਰਾ ਮਾਨ ਸਰੋਵਰ। ਕਹਿੰਦਾ ਨਹੀਂ ਇਹਦੇ ਤੋਂ ਹੀ ਵੱਡਾ। ਇੱਕ ਛਾਲ ਹੋਰ ਡੱਡੂ ਮਾਰਦਾ, ਕਹਿੰਦਾ ਇੰਨਾ ਕੁ ਵੱਡਾ ਹੋਵੇਗਾ, ਕਹਿੰਦੇ ਨਹੀਂ ਇਹ ਤੋਂ ਹੀ ਵੱਡਾ। ਡੱਡੂ ਤੀਸਰੀ ਛਾਲ ਮਾਰ ਕੇ ਖੂਹ ਨੂੰ ਪੂਰੀ ਤਰ੍ਹਾਂ ਪਿਆਰੇ ਨਾਪ ਦਿੰਦਾ, ਇੱਧਰੋਂ ਦੂਜੇ ਪਾਸੇ ਬੰਨੇ ਚਲਾ ਜਾਂਦਾ। ਕਹਿੰਦਾ ਫਿਰ ਨਹੀਂ ਤੇ ਏਡਾ ਵੱਡਾ ਹੋਵੇਗਾ। ਜਦੋਂ ਹੰਸ ਕਹਿੰਦਾ ਨਹੀਂ ਇਹ ਤੋਂ ਹੀ ਵੱਡਾ, ਤੇ ਖੂਹ ਉਹਦਾ ਡੱਡੂ ਦਾ ਅੱਗੋਂ ਜਵਾਬ ਆਉਂਦਾ, ਕਹਿੰਦਾ ਤੂੰ ਤੇ ਝੂਠ ਬੋਲਦਾ, ਇਹ ਤੋਂ ਵੱਡਾ ਕੀ ਹੋ ਸਕਦਾ। ਕਿਉਂ? ਕਿਉਂਕਿ ਜਿੰਨੀ ਕੁ ਬੁੱਧੀ ਹੈ ਉਹਨਾਂ ਕੁ ਕੋਈ ਜਾਣ ਲੈਂਦਾ ਕਿ ਬਸ ਰੱਬ ਏਡਾ ਕੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਏ ਤੋਏ। ਜਿੰਨੀ ਕੁ ਕਿਸੇ ਦੀ ਬੁੱਧ ਹੈ, ਮਤ ਹੈ, ਉਸੇ ਅਨੁਸਾਰ ਵਾਹਿਗੁਰੂ ਜੇ ਤੁਹਾਡਾ ਕੋਈ ਉਚਾਰਨ ਕਰਦਾ ਤੁਹਾਨੂੰ ਕੀ ਜਾਣਦਾ ਹੈ। ਪਰ ਤੁਸੀਂ ਕਹੇ ਦੇ ਵਿੱਚ ਜਾਣੇ ਦੇ ਵਿੱਚ ਆਉਂਦੇ ਨਹੀਂ, ਤੁਸੀਂ ਬੇਅੰਤ ਹੋ। ਇਸ ਕਰਕੇ ਬੇਅੰਤ ਜਿਹੜਾ ਹੈ, ਕੋਈ ਵੀ ਦੁਨੀਆ ਦੇ ਵਿੱਚ ਮਾਪਣ ਵਾਸਤੇ 3 ਪੈਮਾਨੇ ਨੇ। ਗਿਣਤੀ ਕਰ ਲਈ ਜਾਂਦੀ ਹੈ, ਨਾਪ ਲਿਆ ਜਾਂਦਾ। ਨਾ ਤੇ ਵਾਹਿਗੁਰੂ ਜੀ ਤੁਹਾਡੀ ਗਿਣਤੀ ਕੀਤੀ ਜਾ ਸਕਦੀ ਹੈ, ਤੁਸੀਂ ਗਿਣਤੀ ਵਿੱਚ ਨਹੀਂ ਆ ਸਕਦੇ। ਪਹਿਲੀ ਗੱਲ ਤਾਂ ਇਹ ਹੈ 84 ਲੱਖ ਤੁਸੀਂ ਜੂਨ ਬਣਾਈ ਹੈ, ਤੁਹਾਡੀ ਇਸ 84 ਲੱਖ ਜੂਨ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਤੁਹਾਡੇ ਬਣਾਏ ਦੀ ਗਿਣਤੀ ਨਹੀਂ ਹੋ ਸਕਦੀ, ਤੁਹਾਡੇ ਬਣਾਏ ਨੂੰ ਮਾਪਿਆ ਨਹੀਂ ਜਾ ਸਕਦਾ। ਤੀਸਰਾ ਪੈਮਾਨਾ ਹੁੰਦਾ ਨਾਪਣਾ, ਤੋਲਣਾ ਕਹਿ ਲਓ, ਤੋਲਿਆ ਵੀ ਨਹੀਂ ਜਾ ਸਕਦਾ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਿਆਰਿਓ, 3 ਪੈਮਾਨੇ ਨੇ ਦੁਨੀਆ ਦੇ ਕੋਲ, ਕਿਸੇ ਨੂੰ ਵੀ ਪਿਆਰਿਓ ਗਿਣਨ ਦੇ ਮਿਣਨ ਦੇ। ਪਰ ਮਹਾਰਾਜ ਕਹਿੰਦੇ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜਿਹੜਾ ਇਹਨਾਂ ਤਿੰਨਾਂ ਦੇ ਵਿੱਚੋਂ ਵੀ ਪਰੇ ਹੈ। ਨਾ ਗਿਣਿਆ ਜਾ ਸਕਦਾ, ਨਾ ਨਾਪਿਆ ਜਾ ਸਕਦਾ, ਨਾ ਤੋਲਿਆ ਜਾ ਸਕਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਿੱਖ ਹਾਂ ਤੇ ਇਸ ਗੱਲ ਨੂੰ ਹਿਰਦੇ ਵਿੱਚ ਧਾਰਨ ਕਰੀਏ। ਜਦੋਂ ਆਪਾਂ ਇਹ ਗੱਲ ਨੂੰ ਹਿਰਦੇ ਵਿੱਚ ਧਾਰਨ ਕਰੀ ਰੱਖਾਂਗੇ ਤੇ ਕਦੇ ਵੀ ਪਿਆਰੇ ਮਨ ਵਿੱਚ ਹਉਮੈ ਨਹੀਂ ਆਵੇਗੀ। ਜੇਕਰ ਕੋਈ ਸਾਨੂੰ ਕੋਈ ਗੱਲ ਦੱਸੇਗਾ ਤੇ ਆਪਾਂ ਅੱਗੋਂ ਉਹਨੂੰ ਗੱਲ ਨੂੰ ਉਹਦੇ ਨੂੰ ਟੋਕਾਂਗੇ ਨਹੀਂ, ਸਗੋਂ ਉਹਦੀ ਗੱਲ ਵਿੱਚੋਂ ਕੋਈ ਨਾ ਕੋਈ ਗੁਣ ਲੈਣ ਦਾ ਯਤਨ ਕਰਾਂਗੇ। ਸਤਿਗੁਰੂ ਤੁਸੀਂ ਸਿੱਖ ਕਿਹਾ ਏ ਤੇ ਮਾਰੇ ਵੇਖੋ ਮੈਂ ਇਹਦੇ ਕੋਲੋਂ ਕੁਝ ਨਾ ਕੁਝ ਸਿੱਖ ਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਰੋਜ਼ ਪਿਆਰਿਓ ਨਵੀਂ ਤੋਂ ਨਵੀਂ ਜ਼ਿੰਦਗੀ, ਤਾਜ਼ਗੀ ਜਿਹੜੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰੂ ਸੰਗਤਾਂ ਪ੍ਰੇਮੀ ਜਿਹੜੇ ਨੇ ਪਿਆਰਿਓ ਦੌੜੇ ਜਾਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਭਿੱਜੇ ਅਨੰਦਪੁਰ ਵੱਲ ਨੂੰ। ਰੋਜ਼ ਸੰਗਤ ਨਵੀਂ ਤੋਂ ਨਵੀਂ ਆਉਂਦੀ ਹੈ। ਕੋਈ ਸੰਗਤਾਂ ਆ ਰਹੀਆਂ ਹੁੰਦੀਆਂ ਨੇ, ਕੁਝ ਜਾਣ ਵਾਲੀਆਂ ਹੁੰਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਰੋਜ਼ ਸੰਗਤਾਂ ਸਿੱਖ ਇਕੱਤਰ ਹੁੰਦੇ, ਦੀਵਾਨ ਵੀ ਸੱਜਦੇ ਨੇ, ਕਥਾ ਵੀ ਹੁੰਦੀ ਹੈ, ਕੀਰਤਨ ਵੀ ਹੁੰਦਾ। ਉੱਥੇ ਪਿਆਰਿਓ ਅਖਾੜੇ ਜਿਹੜੇ ਨੇ ਸਜਾਏ ਜਾਂਦੇ, ਗੱਤਕੇ ਬਾਜੀ, ਤੀਰ ਅੰਦਾਜ਼ੀ, ਇਹ ਸਾਰਾ ਕੁਝ ਗੁਰੂ ਸਾਹਿਬ ਜੀ ਨਿੱਤ ਕਰਵਾਉਂਦੇ।
ਜਿਹਦੇ ਕਰਕੇ ਨਾ ਜਦੋਂ ਕੋਈ ਸਿੱਖ ਜਾਂਦਾ ਹੈ ਤੇ ਉਥੋਂ ਮੁੜਨ ਨੂੰ ਨਹੀਂ ਜੀ ਕਰਦਾ। ਜੀ ਕਰਦਾ ਕਿ ਸੱਚੇ ਪਾਤਸ਼ਾਹ ਹੁਣ ਇੱਥੇ ਤੇਰੇ ਸੱਚਖੰਡ, ਇੱਥੇ ਤੇਰੇ ਦਰਬਾਰ ਦੇ ਵਿੱਚ ਸਦਾ ਵਾਸਤੇ ਰਹਿ ਜਾਈਏ। ਪਰ ਫਿਰ ਗੁਰੂ ਸਾਹਿਬ ਜੀ ਉੱਥੋਂ ਸਮਝਾ ਦਿੰਦੇ ਨੇ, ਭਲਿਆ ਪਰਿਵਾਰ ਦੀ ਜ਼ਿੰਮੇਵਾਰੀ ਬਾਕੀ ਜਿਹੜੀ ਆ ਉਹ ਵੀ ਨਿਭਾਉਣੀ ਪੈਣੀ ਹੈ।